ਲਿਪਿਸਕਿਨ ਬਿਮਾਰੀ ਨੇ ਇਸ ਵਕਤ ਪਸ਼ੂਆਂ ਦੇ ਕਹਿਰ ਢਾਇਆ ਹੋਇਆ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਅਧਿਕਾਰੀ ਪੂਰੀ ਤਰ੍ਹਾਂ ਮੁਸਤੈਦ ਹਨ। ਪਰ ਉੱਥੇ ਹੀ ਹੁਣ ਵੈਟਰਨਰੀ ਫਾਰਮਾਸਿਸਟਾਂ ਵੱਲੋਂ ਕੰਮ ਬੰਦ ਕਰਨ ਤੋਂ ਪਿਛਲੇ ਕਈ ਦਿਨਾਂ ਦਾ ਬਾਈਕਾਟ ਕੀਤਾ ਹੋਇਆ ਹੈ, ਜਿਸ ਤੋਂ ਬਾਅਦ ਪਸ਼ੂ ਪਾਲਕਾਂ ਸਮੇਤ ਲੋਕ ਕਿਸਾਨ ਕਾਫੀ ਚਿੰਤਤ ਹਨ। ਜਿਸ ਦੇ ਚੱਲਦਿਆਂ ਹੁਣ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਫਿਰ ਤੋਂ ਕੰਮ ਤੇ ਆਉਣ ਦੀ ਬੇਨਤੀ ਕੀਤੀ, ਜਿਸ ਨੂੰ ਸਵੀਕਾਰ ਕਰਦੇ ਹੋਏ ਵੈਟਰਨਰੀ ਫਾਰਮਾਸਿਸਟਾਂ ਨੇ ਫਿਰ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਉਹਨਾਂ ਵੱਲੋਂ ਇਹ ਕੰਮ ਬੰਦ ਕਰਨ ਦਾ ਕਾਰਨ ਉਹਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਤਨਖਾਹ ਨਾ ਮਿਲਣਾ ਅਤੇ ਅੱਜ ਤੱਕ ਪੱਕੇ ਨਾ ਹੋਣ ਕਰਨਾ ਸੀ, ਜਿਸ ਕਾਰਨ ਉਹ ਵੱਖ-ਵੱਖ ਸਮੇਂ ਦੇ ਵਿੱਚ ਸਰਕਾਰਾਂ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ, ਪਰ ਸਰਕਾਰਾਂ ਵੱਲੋਂ ਉਹਨਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਉਹਨਾਂ ਵੱਲੋਂ ਆਪਣਾ ਕੰਮ ਤੋਂ ਬਾਈਕਾਟ ਕਰਨ ਦਾ ਫੈਸਲਾ ਪਿਛਲੇ ਦਿਨ ਹੀ ਲੈ ਲਿਆ ਗਿਆ ਸੀ। ਪੱਤਰਕਾਰ ਵੀਰੋ, ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਪੇਂਡੂ ਪਸ਼ੂ ਹਸਪਤਾਲਾਂ ਵਿੱਚ ਬਤੌਰ ਵੈਟਰਨਰੀ ਫਾਰਮਾਸਿਸਟ ਪਿਛਲੇ 16 ਸਾਲ ਤੋਂ ਨੌਕਰੀ ਕਰ ਰਹੇ ਹਾਂ। ਬਹੁਤ ਘੱਟ ਤਨਖਾਹਾਂ 'ਤੇ ਅਸੀਂ ਨੌਕਰੀ ਕਰ ਰਹੇ ਹਾਂ, ਜਿਹਦੇ ਨਾਲ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਲ ਹੈ। ਅਸੀਂ ਸਮੇਂ ਦੀਆਂ ਸਰਕਾਰਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ। 3 ਸਰਕਾਰਾਂ ਬਦਲ ਚੁੱਕੀਆਂ। ਪਹਿਲਾਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ, ਜਿਨ੍ਹਾਂ ਨੇ 45,000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਢੰਡੋਰਾ ਪਿੱਟਿਆ ਸੀ। ਉਹ 45,000 ਮੁਲਾਜ਼ਮ ਅੱਜ ਵੀ ਸੜਕਾਂ 'ਤੇ ਰੁਲਦਾ ਫਿਰਦਾ ਰਿਹਾ। ਫਿਰ ਦੁਬਾਰਾ ਕਾਂਗਰਸ ਦੀ ਸਰਕਾਰ, ਚੰਨੀ ਸਰਕਾਰ ਆਈ, ਉਹਨਾਂ ਨੇ 36,000 ਮੁਲਾਜ਼ਮਾਂ ਦੇ ਵੱਡੇ ਬੋਰਡ ਸੜਕਾਂ 'ਤੇ ਪਹਿਲਾਂ ਹੀ ਲਾ ਦਿੱਤੇ, ਪਰ ਉਹ 36,000 ਮੁਲਾਜ਼ਮ ਦਾ ਅੱਜ ਵੀ ਮੁਲਾਜ਼ਮਾਂ ਦਾ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ, ਉਹਨਾਂ ਵਿੱਚੋਂ ਕੋਈ ਪੱਕਾ ਨਹੀਂ ਹੋਇਆ। ਉਸ ਤੋਂ ਬਾਅਦ ਅਸੀਂ ਸਭ ਨੇ ਰਲ ਕੇ ਇੱਕ ਨਵੀਂ ਉਮੀਦ ਜਗਾਈ ਸੀ ਕਿ ਇੱਕ ਨਵੀਂ ਬਦਲਾਅ ਆਊਗਾ, ਨਵੀਂ ਸਰਕਾਰ ਆਊਗੀ, ਜਿਸ ਤੋਂ ਮੁਲਾਜ਼ਮਾਂ ਨੂੰ ਬਹੁਤ ਉਮੀਦਾਂ ਹੋਣਗੀਆਂ। ਅਸੀਂ ਬਦਲਾਅ ਵੀ ਕੀਤਾ ਵੀ ਇਹ ਮੁਲਾਜ਼ਮਾਂ ਦੀ ਸੁਣਵਾਈ ਕਰਨਗੇ, ਪਰ ਸਰਕਾਰ ਬਣੀ ਨੂੰ ਵੀ 4-5 ਮਹੀਨੇ ਹੋ ਗਏ ਨੇ, ਪਰ ਕਿਸੇ ਦੀ ਕੋਈ ਸੁਣਵਾਈ ਨਹੀਂ। 7-8 ਮਹੀਨੇ ਤੋਂ ਸਾਨੂੰ ਬਿਨਾਂ ਤਨਖਾਹਾਂ ਤੋਂ ਇੱਕੋ ਇੱਕ ਮਹਿਕਮਾ ਅਜਿਹਾ ਜਿਹੜਾ ਬਿਨਾਂ ਤਨਖਾਹ ਤੋਂ ਕੰਮ ਕਰ ਰਿਹਾ। ਮੰਤਰੀਆਂ ਸੰਤਰੀਆਂ ਨਾਲ ਮੀਟਿੰਗਾਂ ਹੋਣ ਦੇ ਬਾਵਜੂਦ, ਪਹਿਲਾਂ ਸਾਡੇ ਮਹਿਕਮੇ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਸੀ, ਉਹਨਾਂ ਕੋਲ ਅਸੀਂ ਆਪਣਾ ਪੱਖ ਰੱਖਿਆ ਕਿ ਵੀ ਸਾਨੂੰ ਪੱਕੇ ਕੀਤਾ ਜਾਵੇ। ਉਹਨਾਂ ਨੇ ਕਿਹਾ ਵੀ ਪੱਕੇ ਕਰਨ 'ਚ ਅਜੇ ਦੇਰੀ ਲੱਗ ਸਕਦੀ ਹੈ। ਅਸੀਂ ਉਹਨਾਂ ਅੱਗੇ ਪੱਖ ਰੱਖਿਆ ਵੀ ਜਿਹੜੇ 36,000 ਕੰਮ ਪੱਕੇ ਕਰਨੇ ਆ, ਉਹਨਾਂ ਵਿੱਚ ਸਾਨੂੰ ਪੱਕਾ ਕੀਤਾ ਜਾਵੇ। ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਡੀ ਤਨਖਾਹ ਵਾਧੇ ਵਾਲੀ ਜਿਹੜੀ ਫਾਈਲ ਹੈ ਮੈਂ ਉਹ ਪਾਸ ਕਰਵਾ ਦਿਆਂਗਾ, ਮੈਨੂੰ 1 ਹਫ਼ਤੇ ਦਾ ਟਾਈਮ ਦੇ ਦਿਓ, 1 ਹਫ਼ਤੇ 'ਚ ਮੈਂ ਪਾਸ ਕਰਵਾ ਦਿਆਂ। ਚਲੋ ਸਾਡੀ ਕਿਸਮਤ ਮਾੜੀ ਰੱਖ ਲਓ ਕਿ ਉਹਨਾਂ ਕੋਲੋਂ ਮਹਿਕਮਾ ਬਦਲ ਗਿਆ। ਉਸ ਤੋਂ ਬਾਅਦ ਇਹ ਮਹਿਕਮਾ ਲਾਲਜੀਤ ਭੁੱਲਰ ਜੀ ਕੋਲ ਚਲਾ ਗਿਆ। ਉਸ ਤੋਂ ਬਾਅਦ ਲਾਲਜੀਤ ਭੁੱਲਰ ਜੀ ਨਾਲ ਵੀ ਸਾਡੀਆਂ ਮੀਟਿੰਗਾਂ ਹੋਈਆਂ, ਪਰ ਉਹ ਮੀਟਿੰਗਾਂ ਬੇਸਿੱਟਾ ਰਹੀਆਂ। ਪਿਛਲੇ 2 ਮਹੀਨਿਆਂ ਤੋਂ ਅਸੀਂ ਸਰਕਾਰਾਂ ਤੋਂ ਅੱਕ ਥੱਕ ਕੇ ਕੁਝ ਕੰਮਾਂ ਦਾ ਬਾਈਕਾਟ ਕੀਤਾ ਹੋਇਆ ਸੀ, ਜਿਸ ਵਿੱਚ ਅਨਾਫ ਪੋਰਟਲ 'ਤੇ ਚੜ੍ਹਾਉਣਾ, ਵੈਕਸੀਨ ਪੂਰੀ ਵੈਕਸੀਨ ਦਾ FMD HS ਟੋਟਲ ਵੈਕਸੀਨ ਦਾ ਬਾਈਕਾਟ ਕੀਤਾ ਹੋਇਆ ਸੀ, ਪਰ ਸਰਕਾਰ ਨੇ ਮੀਟਿੰਗਾਂ ਦੇ ਵਿੱਚ ਸਾਨੂੰ ਕੁਝ ਵੀ ਨਹੀਂ ਦਿੱਤਾ। ਅਸੀਂ ਉਸ ਤੋਂ ਬਾਅਦ ਹੁਣ ਇੱਕ ਭਿਆਨਕ ਬਿਮਾਰੀ ਲੰਪੀ ਸਕਿਨ ਡਿਜ਼ੀਜ਼ ਚੱਲ ਪਈ, ਜਿਹਦੇ ਵਿੱਚ ਬਹੁਤ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਹੈ। ਅਸੀਂ ਦਿਨ ਰਾਤ ਪਸ਼ੂ ਪਾਲਕਾਂ ਦੀ ਸੇਵਾ ਕਰ ਰਹੇ ਹਾਂ, 24 ਘੰਟੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਖੜ੍ਹੇ ਹਾਂ। ਪਰ ਕੱਲ੍ਹ ਜਦੋਂ ਸਾਨੂੰ ਪਤਾ ਲੱਗਾ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ, ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ, ਜਿਹਦੇ ਵਿੱਚ ਉਹਨਾਂ ਨੇ ਫਾਰਮਾਸਿਸਟਾਂ ਨੂੰ ਬੇਨਤੀ ਕੀਤੀ ਕਿ ਸਰਕਾਰ ਅੜੀ ਹੋਈ ਹੈ, ਪਰ ਤੁਸੀਂ ਸਾਡੀ ਮੰਗ ਨੂੰ ਮੰਨੋ। ਅਸੀਂ ਯੂਨੀਅਨ ਦੇ ਪ੍ਰਧਾਨ ਸਾਹਿਬ ਦੇ ਅਪੀਲ 'ਤੇ ਔਰ ਪਸ਼ੂ ਪਾਲਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਜਿਹੜੀ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨ ਆ ਰਹੀ ਹੈ, ਉਸ ਦਾ ਅਸੀਂ ਬਾਈਕਾਟ ਖੋਲ੍ਹ ਦਿੱਤਾ। ਇਹਨਾਂ ਦੀ ਅਪੀਲ 'ਤੇ ਸਿਰਫ ਇੱਕ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨ ਦਾ ਹੀ ਬਾਈਕਾਟ ਖੋਲ੍ਹਾਂਗੇ ਆਉਣ ਵਾਲੇ ਅਗਲੇ ਰਣਨੀਤੀ ਤੱਕ। ਬਾਕੀ ਸਾਡਾ ਬਾਈਕਾਟ ਉਸੇ ਤਰ੍ਹਾਂ ਚੱਲਦਾ ਰਹੂ। ਪਿਛਲੇ ਦਿਨੀ ਅਸੀਂ ਮਾਣਯੋਗ ਮੰਤਰੀ ਲਾਲਜੀਤ ਭੁੱਲਰ ਜੀ ਦੇ ਘਰ ਮੂਹਰੇ ਹੀ ਪ੍ਰੋਟੈਸਟ ਕੀਤਾ ਸੀ। ਰੱਖੜੀ ਵਾਲੇ ਦਿਨ ਸਾਡੀਆਂ ਭੈਣਾਂ ਘਰੇ ਰੱਖੜੀ ਬੰਨ੍ਹਣ ਲਈ ਆ ਕੇ ਬੈਠੀਆਂ ਸੀ, ਸਾਨੂੰ ਮਜਬੂਰਨ ਹੋ ਕੇ ਉਸ ਦਿਨ ਪ੍ਰੋਟੈਸਟ ਕਰਨਾ ਪਿਆ। ਉਸ ਦਿਨ ਲਾਲਜੀਤ ਭੁੱਲਰ ਜੀ ਦੇ ਸਾਡੀ ਸਤਿਕਾਰਯੋਗ ਭੈਣ ਲਾਲਜੀਤ ਭੁੱਲਰ ਜੀ ਦੀ ਵਾਈਫ, ਉਹਨਾਂ ਨੇ ਆ ਕੇ
ਸਾਨੂੰ ਮੰਤਰੀ ਸਾਹਿਬ ਨਾਲ ਟਾਈਮ ਫਿਕਸ ਕਰਕੇ ਦਿੱਤਾ ਸੀ ਕਿ 23 ਤਰੀਕ ਦੀ ਤੁਹਾਡੀ ਪੈਨਲ ਮੀਟਿੰਗ ਕਰਾਈ ਜਾਵੇਗੀ। ਉਹਨਾਂ ਨੇ ਇਹ ਬਾਹਰ ਮਾਈਕ ਤੇ ਆ ਕੇ ਅਨਾਉਂਸ ਕੀਤਾ ਸੀ ਕਿ ਵੀ ਜੇ 23 ਤਰੀਕ ਨੂੰ ਤੁਹਾਡੀ ਮੀਟਿੰਗ ਨਹੀਂ ਹੁੰਦੀ 24 ਤਰੀਕ ਨੂੰ ਤੁਸੀਂ ਦੁਬਾਰਾ ਧਰਨਾ ਲਾ ਸਕਦੇ ਆ। ਉਹਨਾਂ ਨੇ ਮੇਰੇ ਗੁੱਟ ਤੇ ਰੱਖੜੀ ਬੰਨ੍ਹ ਕੇ ਵਿਸ਼ਵਾਸ ਦਿੱਤਾ ਸੀ ਵੀ ਮੈਂ ਭੈਣ ਹੋਣ ਦੇ ਨਾਤੇ ਅੱਜ ਵਾਅਦਾ ਕਰਦੀ ਹਾਂ, ਰੱਖੜੀ ਦਾ ਦਿਨ ਹੈ, ਵੀ ਤੁਹਾਡੀ ਇਹ ਮੀਟਿੰਗ 'ਚ ਤੁਹਾਡੇ ਮਸਲੇ ਹੱਲ ਹੋਣਗੇ। ਆਉਣ ਵਾਲੀ ਹੁਣ 23 ਤਰੀਕ ਤੱਕ ਅਸੀਂ ਜਿਹੜੀ ਲੰਪੀ ਸਕਿਨ ਡਿਜ਼ੀਜ਼ ਦਾ ਬਾਈਕਾਟ ਹੈ ਉਸ ਨੂੰ ਪੋਸਟਪੋਨ ਕਰਦੇ ਹਾਂ। ਉਸ ਤੋਂ ਅੱਗੇ ਜੇਕਰ ਸਰਕਾਰ ਸਾਡੀਆਂ ਉਸ ਮੀਟਿੰਗ 'ਚ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਅਸੀਂ ਤੁਹਾਡੀ ਅਪੀਲ ਨੂੰ ਮੰਨਿਆ। ਤੁਸੀਂ ਵੀ ਉਸ ਤੋਂ ਬਾਅਦ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਤੁਹਾਨੂੰ ਵੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਪਊਗਾ। ਅਸੀਂ ਕਿਸਾਨ ਪਰਿਵਾਰਾਂ ਦੇ ਬੱਚੇ ਹਾਂ, ਕਿੰਨਾ ਨੁਕਸਾਨ ਹੋ ਰਿਹਾ ਪਸ਼ੂ ਧਨ ਦਾ। ਪਹਿਲਾਂ ਹੀ ਕਿਸਾਨ ਤਾਂ ਬਹੁਤ ਆਰਥਿਕ ਤੰਗੀਆਂ 'ਚੋਂ ਲੰਘ ਰਿਹਾ ਕਿਉਂਕਿ ਦੁੱਧ ਨੂੰ ਪੈਦਾ ਕਰਨਾ ਇੱਕ ਬਹੁਤ ਔਖਾ ਕੰਮ ਹੈ ਕਿਸਾਨ ਵਾਸਤੇ। ਜਿੰਨੀ ਦੁੱਧ ਦੀ ਪੈਦਾਵਾਰ ਹੋਣੀ ਚਾਹੀਦੀ ਹੈ ਉਨੀ ਤਾਂ ਪਹਿਲਾਂ ਹੀ ਹੈ ਨਹੀਂ, ਅਤੇ ਜੇਕਰ ਇਹ ਭਿਆਨਕ ਮਹਾਂਮਾਰੀ 'ਚ ਕਿਸਾਨ ਰੁਲ ਜਾਣਗੇ ਤਾਂ ਆਪਾਂ ਦੁੱਧ ਕਿੱਥੋਂ ਪੀਵਾਂਗੇ? ਪਿਓਰ ਦੁੱਧ ਨਹੀਂ ਆਪਾਂ ਪੀ ਸਕਾਂਗੇ। ਪ੍ਰਧਾਨ ਜੀ, ਕਿੰਨੇ ਤੁਸੀਂ ਮੁਲਾਜ਼ਮ ਹੋ ਪੰਜਾਬ ਦੇ ਵਿੱਚ ਔਰ ਕਿੰਨੇ ਦਿਨ ਤੋਂ ਤਨਖਾਹ ਨਹੀਂ, ਕਿੰਨੇ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ? 582 ਪਸ਼ੂ ਹਸਪਤਾਲਾਂ 'ਚ ਫਾਰਮਾਸਿਸਟ ਬਤੌਰ ਨੌਕਰੀ ਕਰ ਰਹੇ ਹਾਂ। 150 ਹਸਪਤਾਲ ਅਜੇ ਹੈ ਜਿੱਥੇ ਫਾਰਮਾਸਿਸਟ ਹੀ ਉਸ ਹਸਪਤਾਲ ਦਾ ਪੂਰਾ ਕੰਮ ਕਰ ਰਿਹਾ ਹੈਗਾ। ਕਿੰਨੇ ਜਦੋਂ ਤਨਖਾਹ ਨਹੀਂ ਮਿਲੀ? ਨਵੰਬਰ ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਇਕੱਲੀ ਸਮੱਸਿਆ ਤਨਖਾਹ ਦੀ ਨਹੀਂ ਜੀ, ਤਨਖਾਹ ਸਾਨੂੰ ਭਾਵੇਂ 2 ਮਹੀਨੇ ਹੋਰ ਨਾ ਦੇਣ, ਚਲੋ ਅਸੀਂ ਕਿਸੇ ਤੋਂ ਵਿਆਜੂ ਚੱਕ ਕੇ ਆਪਦੇ ਬੱਚਿਆਂ ਦੀਆਂ ਫੀਸਾਂ ਭਰ ਲਾਂਗੇ ਜਾਂ ਆਪਦਾ ਕਿਸੇ ਹਿਸਾਬ ਨਾਲ ਟਾਈਮ ਪਾਸ ਕਰ ਲਾਂਗੇ, ਪਰ ਜਿਹੜੀ ਸਾਡੀ ਪੱਕੀ ਉਜਰਤ ਹੈ, ਜਿੰਨਾ ਚਿਰ ਸਾਨੂੰ ਪੱਕੇ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਸਾਡੀ ਪੱਕੀ ਉਜਰਤ ਸਾਨੂੰ ਦਿੱਤੀ ਜਾਵੇ। ਸਾਡੀ ਭਰਤੀ ਤੋਂ ਬਾਅਦ 2006 ਤੋਂ ਬਾਅਦ 3 ਭਰਤੀਆਂ ਪੱਕੀਆਂ ਹੋ ਗਈਆਂ, ਜਿਹਦੇ ਵਿੱਚ ਉਹਨਾਂ ਦਾ 3 ਸਾਲ ਪ੍ਰੋਬੇਸ਼ਨ ਪੀਰੀਅਡ ਰੱਖਿਆ ਗਿਆ। ਉਹਨਾਂ ਨੂੰ 29,500 ਰੁਪਈਆ ਦਿੱਤਾ ਜਾ ਰਿਹਾ ਅਤੇ ਸਾਨੂੰ 16 ਸਾਲਾਂ ਵਿੱਚ ਵੀ 11,000 ਰੁਪਏ 'ਤੇ ਕੰਮ ਕਰਨਾ ਪੈ ਰਿਹਾ। ਅਸੀਂ ਮਾਣਯੋਗ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਹਾਂ ਔਰ ਸਾਡੇ ਮਹਿਕਮੇ ਦੇ ਮਾਣਯੋਗ ਸੈਕਟਰੀ ਸਾਹਿਬ, ਮਾਣਯੋਗ ਡਾਇਰੈਕਟਰ ਸਾਹਿਬ ਨੂੰ ਕਿ ਸਾਡੀਆਂ ਮੰਗਾਂ ਵੱਲ ਧਿਆਨ ਦੇ ਕੇ ਸਾਨੂੰ ਜਿੰਨਾ ਚਿਰ ਤੁਸੀਂ ਪੱਕੇ ਨਹੀਂ ਕਰ ਸਕਦੇ, 36,000 ਮੁਲਾਜ਼ਮਾਂ ਵਿੱਚ ਪੱਕੇ ਕਰਨ ਵਿੱਚ ਦੇਰੀ ਲੱਗ ਰਹੀ ਹੈ, ਉਹਨਾਂ ਚਿਰ ਸਾਨੂੰ ਪੂਰੀ ਤਨਖਾਹ 29,500 ਰੁਪਇਆ ਜਿਹੜੀ ਕਿ ਤੁਸੀਂ ਨਵੀਂ ਭਰਤੀ ਵਾਲਿਆਂ ਨੂੰ ਦੇ ਰਹੇ ਆ ਉਨੀ ਤਨਖਾਹ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੇ ਘਰਾਂ ਦਾ ਗੁਜ਼ਾਰਾ ਠੀਕ ਢੰਗ ਨਾਲ ਚਲਾ ਸਕੀਏ। ਆਪਣੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦਾ ਮੇਨ ਏਜੰਡਾ, ਮੇਨ ਮੁੱਦਾ ਇਹ ਹੈ ਕਿ ਤੁਸੀਂ ਦੇਖਿਆ ਹੈ ਪੰਜਾਬ ਦੇ ਅੰਦਰ ਲੰਪੀ ਸਕਿਨ ਡਿਜ਼ੀਜ਼ ਜਿਹੜੇ ਸਾਡੇ ਦੁਧਾਰੂ ਪਸ਼ੂਆਂ ਦੇ ਅੰਦਰ ਬਹੁਤ ਵੱਡੀ ਪੱਧਰ ਦੇ ਉੱਤੇ ਫੈਲੀ ਹੋਈ ਹੈ ਔਰ ਜੇਕਰ ਇਹਦੇ 'ਤੇ ਸਰਕਾਰ ਦਾ ਪੱਖ ਦੇਖਿਆ ਜਾਏ, ਜਾਣਿਆ ਜਾਏ ਤਾਂ ਬੜੇ ਹੈਰਾਨੀਜਨਕ ਹੈ, ਬੜੇ ਦੁਖਦਾਈ ਅੰਕੜੇ ਸਾਹਮਣੇ ਆਉਂਦੇ ਆ। ਪਿਛਲੇ ਦਿਨੀ ਮੰਤਰੀ ਜੀ ਬਿਆਨ ਦਿੰਦੇ ਨੇ ਕਿ ਅਸੀਂ 76 ਲੱਖ ਰੁਪਈਆ ਪੰਜਾਬ ਲਈ ਰਾਖਵਾਂ ਰੱਖਤਾ। ਵੇਖਣ ਵਾਲੇ ਨੂੰ ਐਂ ਲੱਗਦਾ ਕਿ ਬਹੁਤ ਵੱਡੀ ਰਾਸ਼ੀ ਇਹਨਾਂ ਨੇ ਰਾਖਵੀਂ ਰੱਖਤੀ, ਅਤੇ ਜਦੋਂ ਇਹਦਾ ਲੇਖਾ ਜੋਖਾ ਕਰਦੇ ਹਾਂ ਤਾਂ ਲਗਭਗ 600 ਰੁਪਇਆ ਪ੍ਰਤੀ ਪਿੰਡ ਇਹ ਇਹਨਾਂ ਦੀ ਮਦਦ ਆ ਸਾਡੇ ਲੋਕਾਂ ਨੂੰ, ਮਰ ਰਹੇ ਜਾਨਵਰਾਂ ਦੀ ਮਦਦ ਵਾਸਤੇ, ਜਿਹਨੂੰ ਅਸੀਂ ਕਹਾਂਗੇ ਕਿ ਬਿਲਕੁਲ ਇੱਕ ਮਜ਼ਾਕ ਆ ਲੋਕਾਂ ਦੇ ਨਾਲ। ਔਰ ਉਹਦੇ 'ਤੇ ਮੈਂ ਪਹਿਲਾਂ ਵੀ ਰਾਤ ਵੀ ਇਹ ਬੇਨਤੀ ਕੀਤੀ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਿ ਇਹ ਤੁਹਾਡੀ ਤਸੱਲੀ ਬਖਸ਼ ਨਹੀਂ ਹੈ। ਇੱਕ ਜਾਨਵਰ ਦੇ ਉੱਤੇ ਹਜ਼ਾਰਾਂ ਰੁਪਈਆ ਅੱਜ ਜਿਹੜਾ ਪਸ਼ੂ ਬਿਮਾਰ ਹੁੰਦਾ ਖਰਚ ਹੋ ਰਿਹਾ ਹੈ। ਜਿਹੜੀ ਤੁਸੀਂ ਸਾਨੂੰ ਵੈਕਸੀਨੇਸ਼ਨ ਕਰਨ ਵਾਲੀ ਗੱਲ ਕਰਦੇ ਹੋ, ਵੈਕਸੀਨ ਦਿੱਤੀ, ਅਗਰ ਉਹਦੀ ਤੁਸੀਂ ਗੱਲ ਸਾਹਮਣੇ ਆਊਗੀ ਆਪਣੇ ਤਾਂ ਉਦੋਂ ਵੀ ਹੈਰਾਨ ਹੋਵੋਗੇ। ਉਹਦੇ 'ਚ ਇਹਨਾਂ ਨੇ ਇਹ ਕੀਤਾ ਕਿ ਕਈ ਸੈਂਟਰ ਇਹੋ ਜਿਹੇ ਨੇ, ਕਿਸੇ ਸੈਂਟਰ ਦੇ ਵਿੱਚ 60 ਯੂਨਿਟ ਦਿੱਤੇ, ਕਿਸੇ 'ਚ 65 ਦਿੱਤੇ, ਕਿਸੇ 70 ਦਿੱਤੇ, ਕਿਸੇ 100 ਦਿੱਤਾ, ਵੱਧ ਤੋਂ ਵੱਧ 150 ਤੋਂ ਵੱਧ ਅੱਜ ਤੱਕ ਇਹਨਾਂ ਨੇ ਕਿਸੇ ਹਸਪੀਟਲ ਨੂੰ ਉਹ ਯੂਨਿਟ ਨਹੀਂ ਦਿੱਤੇ। ਹੁਣ ਅੰਦਾਜ਼ਾ ਲਾਓ ਕਿੰਨੇ ਜਾਨਵਰ ਨੇ ਜੀ ਪੰਜਾਬ ਦੇ ਅੰਦਰ ਅਤੇ ਕਿੰਨੇ ਕੁ ਯੂਨਿਟ ਦੇਤੇ। ਕੀ ਇਹ ਬਿਮਾਰੀ ਨੂੰ ਰੋਕ ਪਾਉਣਗੇ ਇਸ ਤਰੀਕੇ ਦੇ ਨਾਲ? ਔਰ ਉਹਦੇ ਲਈ ਇਹ ਮਜ਼ਾਕਬਾਜ਼ੀ ਨੂੰ ਛੱਡਣ ਸਰਕਾਰ ਦਾ ਫਰਜ਼ ਬਣਦਾ ਲੋਕਾਂ ਦੀ ਮਦਦ ਕਰੇ। ਉਸ ਤੋਂ ਅਗਲੀ ਗੱਲ ਜਿਹੜੀ ਸਾਹਮਣੇ ਆਈ ਉਹ ਹੋਰ ਵੀ ਦਰਦਨਾਕ ਕਿ ਜਿਹੜੇ ਸਾਡੇ ਵੈਟਰਨਰੀ ਫਾਰਮਾਸਿਸਟ ਵੀਰ ਸਾਡੇ ਨੌਜਵਾਨ ਕੰਮ ਕਰਦੇ ਸੀ, ਉਹਨਾਂ ਦਾ ਪਿਛਲੇ ਲਗਭਗ 6-7 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ। ਉਹ
ਇਹਦਾ ਬਾਈਕਾਟ ਕਰੀ ਬੈਠੇ ਨੇ। ਹੁਣ ਇੱਥੇ ਸੋਚਣ ਵਾਲੀ ਗੱਲ ਇਹ ਆ, ਜੇ ਸਰਕਾਰ ਸੰਜੀਦਾ ਹੋਵੇ ਤਾਂ ਇਹ ਫਰਜ਼ ਬਣਦੇ ਨੇ ਸਰਕਾਰ ਦੇ ਕਿ ਯਾਰ ਕਿਸੇ ਦਾ ਕੋਈ ਮਸਲਾ ਉਹਨੂੰ ਤੁਰੰਤ ਹੱਲ ਕਰੇ। ਤੇ ਇਸ ਵੇਲੇ ਜਿਹੜੀ ਮਹਾਮਾਰੀ ਸਾਡੇ ਜਾਨਵਰਾਂ ਦੇ ਵਿੱਚ ਫੈਲੀ ਹੈ ਉਹਨੂੰ ਕੰਟਰੋਲ ਕਰਨ ਦੇ ਲਈ ਸਾਰੇ ਅਮਲਾ ਫੈਲਾ ਜਿੰਨਾ ਪਰਿਵਾਰ ਉਹਨੂੰ ਕੰਟਰੋਲ ਕਰਨ ਲਈ ਤੁਸੀਂ ਲਾਇਆ ਨਿਯੁਕਤ ਕੀਤਾ ਹੈ, ਉਹ ਸਾਰੇ ਨੂੰ ਐਕਟਿਵ ਕਰੋ, ਸਾਰੇ ਨੂੰ ਉਸ ਕੰਮ ਤੇ ਲਾਓ। ਔਰ ਇੱਕ ਜਿੱਦ ਫੜ ਕੇ ਬੈਠੀ ਹੈ ਸਰਕਾਰ ਕਿ ਨਹੀਂ ਜੀ ਅਸੀਂ ਨਹੀਂ ਮੰਨਣੀਆਂ ਮੰਗਾਂ। ਉਹ ਯਾਰ ਮੰਗ ਕੀ ਹੈ ਇਹਨਾਂ ਦੀ? ਬਹੁਤ ਛੋਟੀ ਮੰਗ ਸੀ ਕਿ ਸਾਡੀ ਤਨਖਾਹ ਬਕਾਇਆ ਪਈ ਹੈ, ਉਹ ਸਾਡੀ ਤਨਖਾਹ ਨਹੀਂ ਦੇ ਰਹੇ। ਫਿਰ ਅਗਲੀ ਗੱਲ ਇਹ ਹੈ, ਹੁਣ ਮੈਂ ਆਪਦਾ ਐਕਸਪੀਰੀਅੰਸ ਦੀਆਂ ਗੱਲਾਂ, ਅਸੀਂ ਲਗਭਗ ਮੇਰੀ ਉਮਰ 65 ਸਾਲ ਦੀ ਹੋ ਗਈ। ਮੈਂ ਗੋਲੇ ਵਾਲਾ ਆਪਣਾ ਹਸਪੀਟਲ ਹੈ, 65 ਸਾਲ ਦੇ ਟਾਈਮ ਦੇ ਵਿੱਚ ਸਿਰਫ 3 ਡਾਕਟਰਾਂ ਨੂੰ ਜਾਣਦਾ ਗੋਲੇ ਵਾਲੇ ਦੇ ਹਸਪੀਟਲ ਦੇ ਵਿੱਚ ਰਿਹਾ, ਸਿਰਫ 3 ਡਾਕਟਰਾਂ ਨੂੰ। ਇੱਥੇ ਜਦੋਂ ਵੀ ਕੰਮ ਚਲਾਇਆ ਉਹ ਫਾਰਮਾਸਿਸਟਾਂ ਨੇ ਚਲਾਇਆ। ਲੋਕ ਫਾਰਮਾਸਿਸਟ ਨੂੰ ਡਾਕਟਰ ਮੰਨਦੇ ਨੇ, ਲੋਕ ਡਾਕਟਰ ਵਾਲੀ ਦਾ ਭੁੱਲੇ, ਲੋਕਾਂ ਦਾ ਪਤਾ ਨਹੀਂ ਵੀ ਡਾਕਟਰ ਕਿੱਥੇ ਹੁੰਦਾ, ਕੌਣ ਹੈ। ਮੈਂ ਡਾਕਟਰਾਂ ਨੂੰ ਉਹਦੀ ਬੁਰਾਈ ਨਹੀਂ ਕਰ ਰਿਹਾ, ਮੇਰਾ ਮਤਲਬ ਕਹਿਣ ਦਾ ਕਿ ਜਿਹੜੇ ਨੌਜਵਾਨ ਆ ਕੇ, ਜਿਹੜੇ ਵੀਰ ਆ ਕੇ ਸਾਡੇ ਜਾਨਵਰਾਂ ਨੂੰ ਸਾਂਭ ਰਹੇ ਹੈ, ਜੇ ਉਹ ਤੁਹਾਡੇ ਤੋਂ ਇਹ ਕਹਿ ਰਹੇ ਨੇ ਕਿ ਸਾਨੂੰ ਬਣਦੀ ਉਜਰਤ ਦੇ ਦਿਓ ਯਾਰ, ਸਾਨੂੰ ਬਣਦੀ ਤਨਖਾਹ ਤਾਂ ਦੇ ਦਿਓ, ਅਸੀਂ ਆਪਦੇ ਬੱਚੇ ਵੀ ਪਾਲਣੇ ਆ, ਨਹੀਂ ਫਿਰ ਉਹ ਕੀ ਕਰਨਗੇ? ਨਹੀਂ ਫਿਰ ਉਹ 2 ਨੰਬਰ ਦਾ ਕੰਮ ਕਰਨਗੇ। ਅਗਰ ਉਹਨਾਂ ਨੂੰ ਬਣਦੀ ਉਜਰਤ ਨਹੀਂ ਦਿਓਗੇ, ਉਹਨਾਂ ਦੇ ਬਣਦੇ ਖਰਚੇ ਨਹੀਂ ਪੂਰੇ ਹੋ ਸਕਣਗੇ ਤਾਂ ਜੇ ਸਭ ਕਾਸੇ ਨੂੰ ਕੰਟਰੋਲ ਕਰਨਾ ਹੈ ਤਾਂ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਨੂੰ ਬਣਦੀ ਤਨਖਾਹ ਦਿੱਤੀ ਜਾਏ। ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕੱਲ੍ਹ ਦਾ ਮੇਰੇ ਧਿਆਨ ਦੇ ਵਿੱਚ ਪਰਸੋਂ ਦਾ ਬਹੁਤ ਇਹ ਦਿਮਾਗ ਦੇ ਵਿੱਚ ਟੈਨਸ਼ਨ ਸੀ ਤੇ ਅਸੀਂ ਇੱਕ ਅਪੀਲ ਕੀਤੀ ਸੀ, ਸਰਕਾਰ ਨੂੰ ਵੀ ਕੀਤੀ ਹੈ ਤੇ ਸਾਡੇ ਫਾਰਮਾਸਿਸਟ ਵੀਰਾਂ ਨੂੰ ਵੀ ਕੀਤੀ ਸੀ ਕਿ ਯਾਰ ਤੁਸੀਂ ਸਾਡੇ ਤੇ ਰਹਿਮ ਕਰੋ, ਸਾਡੇ ਲੋਕਾਂ ਤੇ ਰਹਿਮ ਕਰੋ। ਸਰਕਾਰ ਤਾਂ ਜਦ ਫੜੀ ਖੜੀ ਹੈ, ਤੁਸੀਂ ਤਾਂ ਰਹਿਮ ਕਰ ਲਓ। ਸਾਡੇ ਜਾਨਵਰ ਮਰ ਰਹੇ ਆ, ਲੋਕਾਂ ਦੇ, ਕਿਸਾਨ ਦਾ ਪਸ਼ੂ ਧਨ ਬਰਬਾਦ ਹੋ ਰਿਹਾ ਹੈ। ਔਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਫਿਰ ਵੀ ਮੈਂ ਫਾਰਮਾਸਿਸਟ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਇੱਕ ਬਹੁਤ ਵਧੀਆ ਇਹਨਾਂ ਨੇ ਹੁੰਗਾਰਾ ਦਿੱਤਾ ਕਿ ਅਸੀਂ ਇਹਨਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਇਹਨੂੰ ਪੋਸਟਪੋਨ ਕਰ ਦਿਓ, ਕੁਝ ਸਮੇਂ ਦੇ ਲਈ ਇਹਨੂੰ ਪੋਸਟਪੋਨ ਕਰ ਲਓ ਯਾਰ। ਇਹਨਾਂ ਨੇ ਸਾਡੀ ਬੇਨਤੀ ਮੰਨੀ ਹੈ, ਬੇਨਤੀ ਮੰਨ ਕੇ ਇਹਨਾਂ ਨੇ ਇਹ ਫੈਸਲਾ ਲੈ ਲਿਆ ਕਿ ਅਸੀਂ ਆਪਦੀ ਇਸ ਬਾਈਕਾਟ ਦੇ ਕਾਲ ਨੂੰ ਪੋਸਟਪੋਨ ਕਰਦੇ ਹਾਂ, ਅਸੀਂ ਵਾਪਸ ਲੈਂਦੇ ਹਾਂ ਕੁਝ ਸਮੇਂ ਦੇ ਲਈ ਤਾਂ ਕਿ ਅਸੀਂ ਕਿਸਾਨਾਂ ਦੀ ਮਦਦ ਕਰ ਸਕੀਏ। ਇਹਦੇ ਲਈ ਮੈਂ ਇਹਨਾਂ ਦੀ ਇਸ ਫੈਸਲੇ ਦਾ ਨੂੰ ਐਪਰੀਸ਼ੀਏਟ ਕਰਦਾ ਔਰ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਆਪ ਜੀ ਦੇ ਮਾਧਿਅਮ ਤੋਂ, ਔਰ ਨਾਲ ਵਾਰਨਿੰਗ ਵੀ ਹੈ, ਇਹ ਨਾ ਸਮਝਣ ਕਿ ਇਕੱਲੀਆਂ ਬੇਨਤੀਆਂ ਹੀ ਨੇ। ਅਗਰ ਇਹਨਾਂ ਨੂੰ ਇਹ ਗੱਲ ਕੋਈ ਬਹੁਤੀ ਨਹੀਂ ਹੈ, ਜਿਹਨੇ ਕੰਮ ਕੀਤਾ ਉਹਨੇ ਆਪਦੀ ਤਨਖਾਹ ਮੰਗਣੀ ਆ, ਇਹਨਾਂ ਦੇ ਪੈਸੇ ਦਿਓ, ਇਹਨਾਂ ਦੀ ਪੇਮੈਂਟ, ਇਹਨਾਂ ਦੀ ਤਨਖਾਹ ਇਹਨਾਂ ਦੇ ਖਾਤੇ 'ਚ ਪਾਓ। ਜੇ ਤੁਹਾਨੂੰ ਲੱਗਦਾ ਹੈ ਕਿ ਇਸ ਵਾਕਿਆ ਬਿਮਾਰੀ ਨੂੰ ਸੰਭਾਲ ਰਹੇ ਨੇ ਤਾਂ ਫਿਰ ਯਾਰ ਤੁਹਾਡਾ ਇਹ ਨਹੀਂ ਫਰਜ਼ ਬਣਦਾ ਵੀ ਇਹਨਾਂ ਦੀ ਤਨਖਾਹ ਵੀ ਯੋਗਤਾ ਅਨੁਸਾਰ ਹੋਵੇ ਤਾਂ ਇੰਨੀ ਕਰਨ। ਨਹੀਂ ਤਾਂ ਫਿਰ ਅਗਰ ਇਹਨਾਂ ਦੀਆਂ ਮੰਗਾਂ ਲਟਕਦੀਆਂ ਨੇ, ਅਸੀਂ ਇਹਨਾਂ ਨਾਲ ਇੱਕ ਕਮਿਟਮੈਂਟ ਮੈਂ ਰਾਤ ਕੀਤੀ ਸੀ ਜਿਹੜੀ ਇਹਨਾਂ ਨੇ ਸਵੀਕਾਰ ਕੀਤੀ, ਸਾਡੀ ਬੇਨਤੀ ਨੂੰ ਮੰਨਿਆ ਔਰ ਅਸੀਂ ਉਸ ਕਮਿਟਮੈਂਟ ਨਾਲ ਹੁਣ ਵੀ ਖੜ੍ਹੇ ਹਾਂ। ਅਗਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤੇ ਸਾਡੀ ਜਥੇਬੰਦੀ ਪੂਰੀ ਤਰ੍ਹਾਂ ਤਨਦੇਹੀ ਨਾਲ ਹਰ ਤਰ੍ਹਾਂ ਦੇ ਨਾਲ ਇਹਨਾਂ ਦੀ ਸਪੋਰਟ 'ਤੇ ਖੜਾਂਗੇ, ਮਦਦ ਕਰਾਂਗੇ, ਮੂਹਰੇ ਹੋ ਕੇ ਇਹਨਾਂ ਦੀ ਲੜਾਈ ਲੜਾਂਗੇ ਇਹਨਾਂ ਦੀ, ਅਗਰ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ। ਔਰ ਸਾਡਾ ਅੱਜ ਦੀ ਮਤਲਬ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਜਿਹੜਾ ਏਜੰਡਾ ਉਹ ਇਹ ਸੀ। ਹੁਣ ਇਹ ਪ੍ਰੈਜ਼ੀਡੈਂਟ ਸਾਹਿਬ ਨੇ ਇਹਨਾਂ ਦੇ ਫਾਰਮਾਸਿਸਟ ਯੂਨੀਅਨ ਦੇ ਇਹਨਾਂ ਤੋਂ ਆਪਦੇ ਪੱਖ ਰੱਖਣਗੇ। ਕੱਲ੍ਹ ਵਾਲਾ ਦੇਖੋ ਇਹ ਬੜੀ ਸਪਸ਼ਟ ਹੈ ਗੱਲ। SKM ਗੈਰ ਰਾਜਨੀਤਿਕ ਲਖੀਮਪੁਰ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ 22 ਤਰੀਕ ਨੂੰ ਇੱਕ ਵੱਡਾ ਪ੍ਰੋਟੈਸਟ ਅਸੀਂ ਦਿੱਲੀ ਦੇ ਵਿੱਚ ਕਰਨ ਜਾ ਰਹੇ ਹਾਂ। ਉੱਥੇ ਅਸੀਂ ਕਰਾਂਗੇ। ਸਾਡੀ ਭਾਵਨਾ, ਸਾਡਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਾਲ ਤਾਂ ਹੁਣ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਰਹਿ ਗਿਆ। ਹੁਣ ਇੱਕ ਟੰਬਾ ਹੋਰ ਅੱਗੇ ਚੜ੍ਹੀਏ, ਸਾਡੇ ਰਾਸ਼ਟਰਪਤੀ ਨੂੰ ਅਸੀਂ ਮੰਗ ਪੱਤਰ ਦੇਵਾਂਗੇ ਕਿ ਇਹ ਜਿਹੜਾ ਗ੍ਰਹਿ ਰਾਜ ਮੰਤਰੀ ਹੈ ਇਹਨੂੰ ਤੁਰੰਤ ਬਰਖਾਸਤ ਕਰੋ ਔਰ ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ, ਜਿਹੜੇ ਇਹਨਾਂ ਨੇ ਦਰੜ ਕੇ ਮਾਰੇ ਨੇ, ਕਤਲ ਕੀਤਾ ਗਿਆ ਉਹਨਾਂ ਦੇ ਵਿੱਚ ਬਰਖਾਸਤ ਕਰਨ ਨਾਲ ਇਕੱਲਾ ਗੱਲ ਨਹੀਂ ਬਣਨੀ, ਇਹਦੀ ਜਗ੍ਹਾ ਜੇਲ੍ਹ 'ਚ ਹੈ, ਇਹਨੂੰ ਜੇਲ੍ਹ 'ਚ ਭੇਜੋ। ਦੂਜੀ ਗੱਲ, ਉੱਥੇ ਕਿਹੋ ਜਿਹੀ ਕੇਸ ਗੱਲ ਸਾਹਮਣੇ ਆਈ ਰੁਮਾਣਾ ਜੀ, ਇੱਕ ਆਦਮੀ ਸਾਡੇ ਲੋਕਾਂ ਨੇ, ਕਿਸਾਨਾਂ ਨੇ
ਚੱਲਦਾ ਫਿਰਦਾ ਜਿਉਂਦਾ ਜਾਗਦਾ ਸਹੀ ਸਲਾਮਤ ਪੁਲਿਸ ਨੂੰ ਹੈਂਡਓਵਰ ਕੀਤਾ ਹੈ ਕਿ ਆਹ ਲਓ ਜੀ ਸੰਭੋ ਇਹਨੂੰ। ਔਰ ਉਸ ਆਦਮੀ ਨੂੰ ਇਹਨਾਂ ਨੇ ਮਰਿਆ ਘੋਸ਼ਿਤ ਕਰਕੇ ਉਹਦਾ ਵੀ ਕੇਸ ਸਾਡੇ ਕਿਸਾਨਾਂ ਤੇ ਪਾਇਆ ਹੋਇਆ, ਝੂਠੇ ਕੇਸ ਪਾ ਕੇ ਸਾਡੇ ਕਿਸਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਉਹਦੇ ਉੱਤੇ ਅਸੀਂ ਇੱਥੇ ਪ੍ਰੋਗਰਾਮ ਦਿੱਤਾ ਹੋਇਆ, ਔਰ ਉਹ ਅਸੀਂ ਇੱਕ ਦਿਨ ਦਾ ਪ੍ਰੋਗਰਾਮ ਆ ਸਾਡਾ, ਵੱਡਾ ਇਕੱਠ ਕਰਾਂਗੇ, ਰਾਸ਼ਟਰਪਤੀ ਨੂੰ ਮੰਗ ਪੱਤਰ ਦੇਵਾਂਗੇ। ਔਰ ਅਗਲੀ ਜਿਹੜੀ ਗੱਲ ਆ ਫਿਰ ਉਹ ਆਰ ਪਾਰ ਦੀ ਲੜਾਈ ਜਿਹੜੀ ਜਿਹੀ ਜੀ ਅਸੀਂ ਲੜਦੇ ਨੇ ਉਹ ਜੀ ਲੜਾਂਗੇ।